ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ 'ਚ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਤੇ ਰੋਕ, ਭਾਰਤੀ ਨਾਗਰਿਕਾਂ ਨੂੰ ਵੱਡੀ ਰਾਹਤ। ਕੈਨੇਡਾ ਤੋਂ ਡਿਪੋਰਟ ਪਰਿਵਾਰ ਨੇ ਕਈ ਹਫ਼ਤੇ ਅਮਰੀਕਾ ਦੀ ਜੇਲ੍ਹ 'ਚ ਕੱਟੇ। ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਸਲਾਹ, ਨਾ ਕਰੋ ਕਸ਼ਮੀਰ ਦੀ ਯਾਤਰਾ। ਅਮਰੀਕਾ ਤੋਂ ਮੰਦਭਾਗੀ ਖਬਰ, ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ। ਟੋਰਾਂਟੋ ਹਵਾਈ ਅੱਡੇ ਤੇ ਪੁਲਿਸ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਹੋਈ ਮੌਤ। ਭਾਰਤ ਦੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਦਾ ਫੈਸਲਾ, ਭਾਰਤੀ ਹਵਾਈ ਸੇਵਾ ਲਈ 에ਅਰ ਸਪੇਸ ਕੀਤਾ ਬੰਦ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ 'ਚ ਪੜ੍ਹ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਅਸਲ ਵਿੱਚ ਜਾਰਜੀਆ 'ਚ ਇੱਕ ਅਮਰੀਕੀ ਸੰਘੀ ਜੱਜ ਨੇ 133 ਅੰਤਰਰਾਸ਼ਟਰੀ ਵਿਦਿਆਰਥੀਆਂ ਲਈ SEVIS ਸਰਵਿਸ ਯਾਨੀ ਕਿ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਰਿਕਾਰਡਾਂ ਨੂੰ ਅਸਥਾਈ ਤੌਰ ਤੇ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਵਿਦਿਆਰਥੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਹਨ, ਉਹਨਾਂ ਨੇ ਅਮਰੀਕੀ ਵਿਦੇਸ਼ ਵਿਭਾਗ ਅਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੁਆਰਾ ਆਪਣੇ ਵੀਜ਼ਾ ਰੱਦ ਕਰਨ ਅਤੇ ਸਰਵਿਸ ਰਿਕਾਰਡਾਂ ਨੂੰ ਖਤਮ ਕਰਨ ਤੋਂ ਬਾਅਦ ਮੁਕੱਦਮਾ ਕੀਤਾ ਸੀ। ਸਰਕਾਰੀ ਏਜੰਸੀਆਂ ਨੇ ਦੱਸਿਆ ਕਿ ਵਿਦਿਆਰਥੀ ਕਾਨੂੰਨ ਲਾਗੂ ਕਰਨ ਵਾਲੇ ਮੁਕਾਬਲਿਆਂ ਨਾਲ ਜੁੜੇ ਹੋਏ ਸਨ, ਹਾਲਾਂਕਿ ਕਈਆਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਇਹ ਅਦਾਲਤ ਦੁਆਰਾ ਵਿਦਿਆਰਥੀਆਂ ਦੇ ਹੱਕ ਵਿੱਚ ਅਸਥਾਈ ਰੋਕ ਲਗਾਉਣ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਹੋਇਆ। ਇਮੀਗ੍ਰੇਸ਼ਨ ਵਕੀਲਾਂ ਨੇ ਦਾਅਵਾ ਕੀਤਾ ਕਿ ਰੱਦ ਕਰਨਾ ਅਨੁਚਿਤ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਕਾਨੂੰਨੀ ਸਥਿਤੀ ਤੋਂ ਬਿਨਾਂ ਫਸੇ ਹੋਏ ਹਨ, ਭਾਵੇਂ ਉਹਨਾਂ ਕੋਲ ਕੋਈ ਗੰਭੀਰ ਕਾਨੂੰਨੀ ਮੁੱਦੇ ਨਹੀਂ ਸਨ। ਰੱਦ ਕਰਨ ਦੀ ਇਹ ਪ੍ਰਕਿਰਿਆ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਕੈਚ ਐਂਡ ਰਿਵੋਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ ਚਾਲੂ ਹੋਈ। ਇਸ ਪਹਿਲ ਕਦਮੀ ਰਾਹੀਂ ਵਿਦਿਆਰਥੀ ਵੀਜ਼ਾ ਧਾਰਕਾਂ ਦੀ AI ਟੂਲਸ, ਜਿਸ ਵਿੱਚ ਉਹਨਾਂ ਦਾ ਸੋਸ਼ਲ ਮੀਡੀਆ ਵੀ ਸ਼ਾਮਲ ਹੈ, ਉਸ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਰੂਬੀਓ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਪ੍ਰੋਗਰਾਮ ਦੇ ਤਹਿਤ 300 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕੀਤੇ ਗਏ ਸਨ। ਇੱਕ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੀ ਰਿਪੋਰਟ ਦਰਸਾਉਂਦੀ ਹੈ ਕਿ ICE ਨੇ 20 ਜਨਵਰੀ 2025 ਤੋਂ 4736 ਸਰਵਿਸ ਰਿਕਾਰਡ ਰੱਦ ਕਰ ਦਿੱਤੇ। AILA ਦੁਆਰਾ ਪ੍ਰਾਪਤ 327 ਵਿਸਤ੍ਰਿਤ ਰਿਪੋਰਟਾਂ ਵਿੱਚੋਂ ਪ੍ਰਭਾਵਿਤ ਵਿਦਿਆਰਥੀਆਂ ਵਿੱਚੋਂ ਲਗਭਗ 50% ਭਾਰਤੀ ਸਨ, ਜਿਨ੍ਹਾਂ ਦੇ ਕੋਲ ਮੁੱਖ ਤੌਰ ਤੇ F1 ਵੀਜ਼ਾ ਸੀ। ਪ੍ਰਭਾਵਿਤ ਲੋਕਾਂ ਵਿੱਚ ਚੀਨੀ, ਨੇਪਾਲੀ, ਦੱਖਣੀ ਕੋਰੀਆਈ ਅਤੇ ਬੰਗਲਾਦੇਸ਼ੀ ਵਿਦਿਆਰਥੀ ਵੀ ਸ਼ਾਮਲ ਸਨ। ਜ਼ਿਆਦਾਤਰ ਭਾਰਤੀ ਵਿਦਿਆਰਥੀ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਯਾਨੀ OPT ਤੇ ਅਮਰੀਕਾ ਵਿੱਚ ਸਨ। ਗ੍ਰੈਜੂਏਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਇੱਕ ਅਸਥਾਈ ਕੰਮ ਦੀ ਪ੍ਰਵਾਨਗੀ, ਖਾਸ ਕਰਕੇ STEM ਕੋਰਸ ਕਰਨ ਵਾਲਿਆਂ ਲਈ। ਕੰਮ ਦੀ ਮਿਆਦ, ਜੋ ਕਿ 36 ਮਹੀਨਿਆਂ ਤੱਕ ਹੋ ਸਕਦੀ ਹੈ, ਆਮ ਤੌਰ ਤੇ H1B ਵਰਗੇ ਵਰਕ ਵੀਜ਼ਾ ਲਈ ਅਰਜ਼ੀ ਦੇਣ ਲਈ ਇੱਕ ਪੂਰਵਗਾਮੀ ਵਜੋਂ ਕੰਮ ਕਰਦੀ ਹੈ। OPT ਦਰਜੇ ਦਾ ਨੁਕਸਾਨ ਅਮਰੀਕਾ 'ਚ ਉਹਨਾਂ ਦੇ ਭਵਿੱਖ ਨੂੰ ਖਤਰੇ 'ਚ ਪਾਉਂਦਾ ਹੈ। ਸਰਵਿਸ ਰਿਕਾਰਡਾਂ ਨੂੰ ਬਹਾਲ ਕਰਨ ਦਾ ਅਦਾਲਤ ਦਾ ਫੈਸਲਾ ਕੁਝ ਰਾਹਤ ਲਿਆਉਂਦਾ ਹੈ, ਪਰ ਇਹਨਾਂ ਵਿਦਿਆਰਥੀਆਂ ਤੇ ਲੰਬੇ ਸਮੇਂ ਦਾ ਪ੍ਰਭਾਵ ਅਸਪਸ਼ਟ ਹੈ। ਅਮਰੀਕਾ 'ਚ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਦੇ ਲਈ ਨਾਇਗਰਾ ਫਾਲਸ ਦੇ ਰਸਤੇ ਕੈਨੇਡਾ ਵੱਲ ਆਇਆ 4 ਜੀਆਂ ਦਾ ਪਰਿਵਾਰ CBSA ਦੇ ਅਫਸਰਾਂ ਨੇ ਪੁੱਠਾ ਮੋੜ ਦਿੱਤਾ ਅਤੇ ਉਹਨਾਂ ਨੂੰ ਕਈ ਹਫ਼ਤੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਕੱਟਣੇ ਪਏ। ਆਪਣੇ ਕੈਨੇਡੀਅਨ ਸਿਟੀਜ਼ਨ ਭਰਾ ਕੋਲ ਜਾ ਰਹੀ 2 ਧੀਆਂ ਦੀ ਮਾਂ ਨੂੰ ਯਕੀਨ ਸੀ ਕਿ ਬਾਰਡਰ ਏਜੰਟ ਉਸਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਗੇ, ਪਰ ਹੋਇਆ ਸਭ ਕੁਝ ਉਲਟ। ਅਲ ਸਲਵਾਡੋਰ ਨਾਲ ਸੰਬੰਧਿਤ ਔਰਤ, ਉਸਦੇ ਪਤੀ ਅਤੇ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪਰਿਵਾਰ ਨੂੰ ਸਭ ਤੋਂ ਪਹਿਲਾਂ US ਐਂਟਰੀ ਪੋਰਟ ਤੇ ਬਣੀ ਹਵਾਲਾਤ ਵਿੱਚ ਰੱਖਿਆ ਗਿਆ ਅਤੇ 2 ਹਫ਼ਤੇ ਤੱਕ ਬਾਹਰਲੀ ਦੁਨੀਆ ਤੋਂ ਬਿਲਕੁਲ ਵੱਖ ਰਹੇ। ਹਵਾਲਾਤ ਵਿੱਚ ਨਾ ਕੋਈ ਰੋਸ਼ਨਦਾਨ ਅਤੇ ਨਾ ਹੀ ਕੋਈ ਬਾਰੀ ਸੀ। ਛੋਟੀਆਂ ਬੱਚੀਆਂ ਅਜਿਹੇ ਮਾਹੌਲ ਤੋਂ ਘਬਰਾ ਗਈਆਂ ਅਤੇ ਕੁਝ ਮਿੰਟ ਬਾਅਦ ਰੋਣ ਲੱਗਦੀਆਂ। ਮਾਪਿਆਂ ਨੇ ਬੱਚਿਆਂ ਦੇ ਹੌਸਲੇ ਮਜ਼ਬੂਤ ਕਰਨ ਦੇ ਯਤਨ ਕੀਤੇ ਅਤੇ ਹਵਾਲਾਤ ਵਿੱਚ ਧਰਤੀ ਦੇ ਲਕੀਰਾਂ ਵਾਹ ਕੇ ਮਨ ਬਦਲਣ ਦਾ ਉਪਰਾਲਾ ਕੀਤਾ। CBC ਦੀ ਰਿਪੋਰਟ ਮੁਤਾਬਕ ਪ੍ਰਵਾਸੀ ਪਰਿਵਾਰ ਇਸ ਵੇਲੇ ਨਿਊਯਾਰਕ ਦੇ ਬਫਲੋ ਸ਼ਹਿਰ ਵਿੱਚ ਹੈ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਜ਼ੋ ਨੇ ਕਿਹਾ ਹੈ ਕਿ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ ਅਮਰੀਕਾ ਨੇ ਅਜ਼ਾਈਲਮ ਦੇਣਾ ਹੀ ਬੰਦ ਕਰ ਦਿੱਤਾ
ਅਤੇ ਹਾਲਾਤ ਬੱਤਰ ਹੋ ਚੁੱਕੇ ਹਨ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਦੀ ਸਬ ਕਮੇਟੀ ਦੇ ਮੈਂਬਰ ਜੋ ਨੇ ਕਿਹਾ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਅਮਰੀਕਾ 'ਚ ਰਹਿਣਾ ਅਸੰਭਵ ਹੋ ਚੁੱਕਿਆ ਹੈ। ਇਸੇ ਦੌਰਾਨ ਜਸਟਿਸ ਫॉर ਮਾਈਗ੍ਰੈਂਟ ਫੈਮਿਲੀਜ਼ ਦੀ ਕਾਰਜਕਾਰੀ ਡਾਇਰੈਕਟਰ ਜੈਨੀਫਰ ਕੋਨਰ ਨੇ ਦੱਸਿਆ ਕਿ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਵਾਲੇ ਪਰਿਵਾਰਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੁੰਦਾ। ਪਿਛਲੇ ਕੁਝ ਹਫ਼ਤਿਆਂ ਦੌਰਾਨ ਡੈਟਰਾਇਟ, ਬਫਲੋ ਅਤੇ ਚੈਂਪਲਨ ਵਿਖੇ ਐਂਟਰੀ ਪੋਰਟਸ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ ਨੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰੋ ਦੀ ਸਲਾਹ ਜਾਰੀ ਕੀਤੀ ਹੈ, ਕਿਉਂਕਿ ਸੂਬੇ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਹਿੰਸਕ ਅਸ਼ਾਂਤੀ ਦੀ ਸੰਭਾਵਨਾ ਹੈ। ਇਹ ਸਲਾਹ ਬੁੱਧਵਾਰ ਨੂੰ ਸਾਰੇ ਅਮਰੀਕੀ ਨਾਗਰਿਕਾਂ ਲਈ ਜਾਰੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਘਾਤਕ ਹਮਲਾ ਸੀ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਮਰੀਕੀ ਨਾਗਰਿਕਾਂ ਲਈ ਜਾਰੀ ਕੀਤੀ ਗਈ ਤਾਜ਼ਾ ਸਲਾਹ ਵਿੱਚ ਕਿਹਾ ਗਿਆ ਹੈ, ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅੱਤਵਾਦੀ ਹਮਲੇ ਅਤੇ ਹਿੰਸਕ ਸਿਵਲ ਅਸ਼ਾਂਤੀ ਸੰਭਵ ਹੈ। ਇਸ ਰਾਜ ਵਿੱਚ ਯਾਤਰਾ ਨਾ ਕਰੋ। ਉਹਨਾਂ ਨੇ ਕਿਹਾ, ਇਸ ਖੇਤਰ ਵਿੱਚ ਹਿੰਸਾ ਕਦੇ-ਕਦਾਈ ਹੁੰਦੀ ਹੈ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ਦੇ ਨਾਲ ਆਮ ਹੈ। ਸੋ ਇਹ ਕਸ਼ਮੀਰ ਘਾਟੀ ਦੇ ਸੈਰ ਸਪਾਟਾ ਸਥਾਨਾਂ ਜਿਸ ਵਿੱਚ ਸ਼੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਵਿੱਚ ਵੀ ਪ੍ਰਚਲਿਤ ਹੈ। ਸੋ ਇਸਨੇ ਆਪਣੇ ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਤੋਂ ਬਚਣ ਲਈ ਵੀ ਕਿਹਾ ਹੈ, ਕਿਉਂਕਿ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਹੈ। ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੇ ਪ੍ਰਤੀਕਰਮ ਵਜੋਂ 1960 ਦੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਅਤੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਾਂ ਨੂੰ ਘਟਾ ਦਿੱਤਾ, ਨਾਲ ਹੀ ਆਪਣੇ ਫੌਜੀ ਅਟੈਚੇ ਨੂੰ ਕੱਟ ਦਿੱਤਾ। ਅਮਰੀਕਾ ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਦੀਪਤੀ ਨਾਂ ਦੀ ਇੱਕ ਵਿਦਿਆਰਥਣ ਜੋ MSc ਕਰ ਰਹੀ ਸੀ, ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਦੀਪਤੀ ਜੋ ਟੈਕਸਾਸ ਦੇ ਡੈਂਟਨ ਸ਼ਹਿਰ ਵਿੱਚ ਇੱਕ ਹਿੱਟ ਐਂਡ ਰਨ ਹਾਦਸੇ ਦੀ ਸ਼ਿਕਾਰ ਹੋ ਗਈ। ਆਪਣੀ ਸਹੇਲੀ ਦੇ ਨਾਲ ਪੈਦਲ ਘਰ ਜਾ ਰਹੀ ਸੀ ਜਦੋਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਦੀਪਤੀ ਗੰਭੀਰ ਜ਼ਖਮੀ ਹੋਣ ਕਾਰਨ ਦਮ ਤੋੜ ਗਈ। ਟੈਕਸਾਸ, ਅਮਰੀਕਾ ਦੇ ਸਥਾਨਕ ਮੀਡੀਆ ਅਨੁਸਾਰ ਦੀਪਤੀ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ, ਜਦਕਿ ਉਸ ਦੀ ਸਹੇਲੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਦੀਪਤੀ ਯੂਨੀਵਰਸਿਟੀ ਆਫ ਨਾਰਥ ਟੈਕਸਾਸ ਵਿੱਚ ਕੰਪਿਊਟਰ ਅਤੇ ਸੂਚਨਾ ਵਿਗਿਆਨ ਵਿੱਚ ਮਾਸਟਰਸ ਕਰ ਰਹੀ ਸੀ। ਦੀਪਤੀ ਆਂਧਰਾ ਪ੍ਰਦੇਸ਼ ਦੇ ਗੁੰਟਰੂ ਜ਼ਿਲ੍ਹੇ ਦੇ ਰਾਜੇਂਦਰ ਨਗਰ ਦੀ ਰਹਿਣ ਵਾਲੀ ਸੀ। ਟੋਰਾਂਟੋ ਦੇ ਪਿਅਰਸਨ ਕੌਮਾਂਤਰੀ ਹਵਾਈ ਅੱਡੇ ਤੇ ਸਵੇਰੇ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਅਜੇ ਮਰਨ ਵਾਲੇ ਦੀ ਪਛਾਣ ਨਹੀਂ ਦੱਸੀ ਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਖੁਲਾਸਾ ਕੀਤਾ। ਉਂਝ ਇਹਤਿਆਤ ਵਜੋਂ ਹਵਾਈ ਅੱਡੇ ਤੇ ਟਰਮੀਨਲ 1 ਦਾ ਰਵਾਨਗੀ ਰਸਤਾ ਪੀਲੀ ਟੇਪ ਨਾਲ ਬੰਦ ਹੈ। ਅੱਖੀ ਵੇਖਣ ਵਾਲਿਆਂ ਦੇ ਅਨੁਸਾਰ ਰਵਾਨਗੀ ਰਸਤੇ ਤੇ ਦਰਜਨਾਂ ਪੁਲਿਸ ਗੱਡੀਆਂ ਖੜੀਆਂ ਹਨ ਤੇ ਇੱਕ ਜੀਪ ਕੋਲ ਪਏ ਅਟੈਚੀ ਨੇੜੇ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ਦੇ ਹੱਥ ਤੇ ਪੈਰ ਦਿਸਦੇ ਹਨ। ਪੁਲਿਸ ਵੱਲੋਂ ਐਕਸ ਤੇ ਪਾਈ ਪੋਸਟ ਵਿੱਚ ਸਿਰਫ ਇੰਨਾ ਹੀ ਦੱਸਿਆ ਗਿਆ ਕਿ ਮੌਤ ਪੁਲਿਸ ਗੋਲੀ ਨਾਲ ਹੋਣ ਕਰਕੇ ਉਸ ਦੀ ਜਾਂਚ ਨਿਰਪੱਖ ਤਫਤੀਸ਼ੀ ਟੀਮ ਹਵਾਲੇ ਕਰ ਦਿੱਤੀ ਗਈ ਹੈ। ਕੁਝ ਯਾਤਰੀਆਂ ਅਨੁਸਾਰ ਗੋਲੀਬਾਰੀ ਕਾਰਨ ਹਵਾਈ ਅੱਡੇ ਦੇ ਟਰਮੀਨਲ 1 ਦਾ ਰਵਾਨਗੀ ਰਸਤਾ ਬੰਦ ਕਰਕੇ ਯਾਤਰੀਆਂ ਨੂੰ ਆਗਮਨ ਰਸਤੇ ਅੰਦਰ ਭੇਜਿਆ ਜਾ ਰਿਹਾ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਉਡਾਨਾਂ ਵਿੱਚ ਕਿਸੇ ਵਿਘਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਈ ਅੱਡੇ ਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਤੇ ਸਾਰਾ ਕੁਝ ਆਮ ਵਾਂਗ ਚੱਲ ਰਿਹਾ ਹੈ। ਘਟਨਾ ਤੋਂ 2 ਘੰਟੇ ਬਾਅਦ ਤੱਕ ਵੀ ਮੌਕੇ ਤੇ ਪੁਲਿਸ ਗੱਡੀਆਂ ਤੈਨਾਤ ਸਨ। ਪੁਲਿਸ ਵੱਲੋਂ ਮੀਡੀਆ ਨੂੰ ਵੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਪੁਲਿਸ ਦੇ ਹੰਗਾਮੀ ਦਸਤੇ ਅਨੁਸਾਰ ਉਹਨਾਂ ਨੂੰ ਸਵੇਰੇ 7 ਵਜੇ ਕਿਸੇ ਗੜਬੜੀ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕੀਤੀ ਹੈ। ਭਾਰਤ ਨੇ ਅਜਿਹੇ ਕਈ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ 1960 ਦੇ ਸਿੰਧੂ ਜਲ ਸੰਧੀ ਨੂੰ ਖਤਮ ਕਰਨਾ ਵੀ ਸ਼ਾਮਲ ਹੈ, ਜਿਸ ਦਾ ਅਸਰ ਪਾਕਿਸਤਾਨ ਦੇ ਸਾਰੇ ਨਾਗਰਿਕਾਂ ਤੇ ਪਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਹਵਾਈ ਖੇਤਰ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ। ਪਾਕਿਸਤਾਨ ਨੇ ਭਾਰਤ ਆਉਣ ਜਾਣ ਵਾਲੀਆਂ ਵਪਾਰਕ ਉਡਾਨਾਂ ਲਈ ਆਪਣਾ 에ਅਰ ਸਪੇਸ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਅਨੁਸਾਰ ਭਾਰਤੀ ਉਡਾਨਾਂ ਨੂੰ ਹੁਣ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਪਾਕਿਸਤਾਨ ਭਾਰਤ ਦੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਅਤੇ ਕੂਟਨੀਤਿਕ ਸਬੰਧਾਂ ਨੂੰ ਘਟਾਉਣ ਦੇ ਫੈਸਲੇ ਤੋਂ ਨਾਰਾਜ਼ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਵੀ ਬੁਲਾਈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਬੁੱਧਵਾਰ ਦੇਰ ਰਾਤ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤ ਦੀ ਕਾਰਵਾਈ ਨੂੰ ਜਲਦਬਾਜ਼ੀ ਵਾਲਾ ਫੈਸਲਾ ਦੱਸਿਆ ਸੀ। ਪਹਿਲਗਾਮ ਹਮਲੇ ਤੋਂ ਤੁਰੰਤ ਬਾਅਦ ਜੈਦਾਦ ਤੋਂ ਵਾਪਸ ਆਉਂਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਨਹੀਂ ਲੰਘਿਆ ਅਤੇ ਦੂਜਾ ਰਸਤਾ ਚੁਣਿਆ। ਹੈਮਿਲਟਨ ਪੁਲਿਸ ਨੇ ਹਰਸਿਮਰਤ ਕੌਰ ਰੰਧਾਵਾ ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਹਰਸਿਮਰਤ ਦੀ 17 ਅਪ੍ਰੈਲ ਨੂੰ ਓਨਟਾਰੀਓ ਵਿੱਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੇ ਆਪਸੀ ਗੋਲੀਬਾਰੀ ਵਿੱਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲਿਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਹਨ। ਚਿੱਟੇ ਰੰਗ ਦੀ ਹੁੰਡਾਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੋਰੈਂਸਿਕ ਜਾਂਚ ਦੌਰਾਨ ਪੁਲਿਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਅਲੈਕਸ ਬਕ ਅਨੁਸਾਰ ਘਟਨਾ ਸਥਾਨ ਦੁਆਲੇ ਸੀਸੀਟੀਵੀ ਕੈਮਰਿਆਂ 'ਚੋਂ ਕਾਰਾਂ ਦੀ ਪਛਾਣ ਕਰਕੇ ਚਿੱਟੀ ਕਾਰ ਤਾਂ ਘਟਨਾ ਤੇ ਅਗਲੇ ਦਿਨ ਟੋਰਾਂਟੋ ਤੋਂ ਫੜ ਲਈ ਗਈ ਸੀ, ਪਰ ਕਾਲੀ ਕਾਰ ਤੀਜੇ ਦਿਨ ਹੈਮਿਲਟਨ ਤੋਂ ਫੜੀ ਗਈ। ਦੋਵਾਂ ਕਾਰਾਂ 'ਚੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਉਂਝ ਪੁਲਿਸ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਰੰਧਾਵਾ ਦੋਸ਼ੀਆਂ ਦੇ ਨਿਸ਼ਾਨੇ ਤੇ ਨਹੀਂ ਸੀ, ਪਰ ਉਹਨਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੀ। ਜ਼ਿਕਰਯੋਗ ਹੈ ਕਿ ਗੋਇੰਦਵਾਲ ਯਾਨੀ ਕਿ ਸ੍ਰੀ ਗੋਇੰਦਵਾਲ ਸਾਹਿਬ ਨੇੜਲੇ ਪਿੰਡ ਧੁੰਦਾ ਦੀ ਹਰਸਿਮਰਤ ਰੰਧਾਵਾ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ ਤੇ ਹੈਮਿਲਟਨ ਵਿੱਚ ਰਹਿ ਰਹੀ ਸੀ। ਘਟਨਾ ਵਾਲੇ ਦਿਨ ਉਹ ਕੰਮ ਅਤੇ ਹੋਰ ਰੁਝੇਵਿਆਂ ਤੋਂ ਵਿਹਲੀ ਹੋ ਕੇ ਅਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਵਾਲੇ ਬੱਸ ਸਟਾਪ ਤੇ ਕਾਰ ਨੂੰ ਜਾਣ ਲੱਗੀ ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣ ਗਈ ਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਦੀ ਬੈਸਰਨ ਘਾਟੀ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਅਚਾਨਕ ਉੱਥੇ ਮੌਜੂਦ ਸੈਲਾਨੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ਨਾਲ 26 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਹਿੰਦੂ ਸੈਲਾਨੀ ਸਨ, ਜਿਨ੍ਹਾਂ ਵਿੱਚ 2 ਵਿਦੇਸ਼ੀ ਨਾਗਰਿਕ ਅਤੇ 2 ਸਥਾਨਕ ਲੋਕ ਵੀ ਸ਼ਾਮਲ ਸਨ। ਇਸ ਹਮਲੇ ਵਿੱਚ ਪਾਕਿਸਤਾਨ ਕਨੈਕਸ਼ਨ ਵੀ ਸਾਹਮਣੇ ਆਇਆ ਹੈ, ਜੋ ਪੂਰੀ ਤਰ੍ਹਾਂ ਨਾਲ ਕੀਤਾ ਗਿਆ ਹੈ, ਯਾਨੀ ਕਿ ਪੂਰੀ ਤਿਆਰੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀ। ਹਮਲੇ ਦਾ ਤਰੀਕਾ ਬਹੁਤ ਡਰਾਉਣਾ ਸੀ। ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ। ਉਹਨਾਂ ਨੇ ਪਹਿਲਾਂ ਸੈਲਾਨੀਆਂ ਤੋਂ ਉਹਨਾਂ ਦਾ ਨਾਮ ਅਤੇ ਧਰਮ ਪੁੱਛਿਆ, ਫਿਰ ਹਿੰਦੂ ਪਛਾਣ ਵਾਲੇ ਲੋਕਾਂ ਨੂੰ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਲਗਭਗ 20 ਮਿੰਟ ਤੱਕ AK-47 ਨਾਲ ਫਾਇਰਿੰਗ ਕੀਤੀ। ਕੁਝ ਅੱਤਵਾਦੀਆਂ ਨੇ ਬੋਡੀ ਕੈਮਰੇ ਵੀ ਲਗਾਏ ਹੋਏ ਸਨ ਅਤੇ ਪੂਰੇ ਹਮਲੇ ਨੂੰ ਰਿਕਾਰਡ ਕਰ ਲਿਆ। ਹੁਣ ਤੱਕ 4 ਅੱਤਵਾਦੀਆਂ ਦੀ ਪਛਾਣ ਕੀਤੀ ਗਈ ਹੈ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਹਮਲੇ ਨਾਲ ਪਾਕਿਸਤਾਨੀ ਸਬੰਧ ਹੈ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਵਿੱਚੋਂ 2 ਪਾਕਿਸਤਾਨੀ ਅਤੇ 2 ਸਥਾਨਕ ਅੱਤਵਾਦੀ ਸ਼ਾਮਲ ਹਨ। ਸਥਾਨਕ ਅੱਤਵਾਦੀਆਂ ਦੇ ਨਾਮ ਆਦਿਲ ਅਹਿਮਦ ਠਾਕੁਰ ਅਤੇ ਆਸਿਫ ਸ਼ੇਖ ਦੱਸੇ ਜਾ ਰਹੇ ਹਨ। ਆਦਿਲ ਨੂੰ ਲਸ਼ਕਰ-ਏ-ਤੋਇਬਾ ਨਾਲ ਅਤੇ ਆਸਿਫ ਨੂੰ ਜੈਸ਼-ਏ-ਮੁਹੰਮਦ ਨਾਲ ਜੋੜਿਆ ਗਿਆ ਹੈ। ਦ ਰੈਜ਼ੀਡੈਂਸ ਫਰੰਟ ਯਾਨੀ TRF ਨਾਮਕ ਇੱਕ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਸੰਗਠਨ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਇਹ ਹਮਲਾ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਤੋਂ ਠੀਕ ਪਹਿਲਾਂ ਹੋਇਆ ਹੈ। ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਫੌਜ, NIA ਅਤੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਹੈਲੀਕਾਪਟਰਾਂ ਅਤੇ ਡਰੋਨਾਂ ਰਾਹੀਂ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਹਵਾਈ ਮੁਸਾਫਰਾਂ ਤੋਂ ਵੱਧ ਕਿਰਾਇਆ ਵਸੂਲਣ ਦੇ ਮਾਮਲੇ 'ਚ ਘਿਰੀ ਏਅਰ ਕੈਨੇਡਾ ਨੂੰ ਅਦਾਲਤ ਵੱਲੋਂ $10 ਬਿਲੀਅਨ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਕਿਊਬੈਕ ਕੋਰਟ ਆਫ ਅਪੀਲ ਦੀ ਜਸਟਿਸ ਨੇ ਸੁਣਾਏ ਫੈਸਲੇ ਮੁਤਾਬਕ ਏਅਰ ਕੈਨੇਡਾ ਨੇ ਖੁਦ ਹੀ ਤੈਅ ਕਰ ਲਿਆ ਕਿ ਉਹ ਪ੍ਰੋਵੈਂਸ਼ਨਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਘੇਰੇ ਵਿੱਚ ਨਹੀਂ ਆਉਂਦੀ, ਜੋ ਸਿੱਧੇ ਤੌਰ ਤੇ ਅਣਜਾਣਪੁਣੇ ਵਿੱਚ ਅਤੇ ਢਿੱਲ ਦੀ ਨਿਸ਼ਾਨੀ ਹੈ। ਅਪੀਲ ਅਦਾਲਤ ਦਾ ਫੈਸਲਾ ਹੇਠਲੀ ਅਦਾਲਤ ਦੇ ਵਿਰੁੱਧ ਆਇਆ ਹੈ, ਜਿੱਥੇ ਏਅਰ ਕੈਨੇਡਾ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਕਸੂਰਵਾਰ ਤਾਂ ਮੰਨਿਆ ਗਿਆ, ਪਰ ਨਾਲ ਹੀ ਇਹ ਵੀ ਆਖ ਦਿੱਤਾ ਗਿਆ ਹੈ ਕਿ ਕੋਈ ਨੁਕਸਾਨ ਨਾ ਹੋਣ ਕਾਰਨ ਕਿਸੇ ਕਿਸਮ ਦਾ ਹਰਜਾਨਾ ਵਸੂਲ ਨਹੀਂ ਕੀਤਾ ਜਾ ਸਕਦਾ। ਦਰਅਸਲ 15 ਸਾਲ ਪੁਰਾਣਾ ਮਾਮਲਾ ਖਪਤਕਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਇੱਕ ਜਥੇਬੰਦੀ ਅਤੇ ਮੌਂਟਰੀਅਲ ਦੇ ਇੱਕ ਵਸਨੀਕ ਵੱਲੋਂ ਉਠਾਇਆ ਗਿਆ। ਮੌਂਟਰੀਅਲ ਦੇ ਵਸਨੀਕ ਨੇ ਦਾਅਵਾ ਕੀਤਾ ਸੀ ਕਿ ਏਅਰ ਕੈਨੇਡਾ ਦੀ ਵੈਬਸਾਈਟ ਤੋਂ ਟਿਕਟ ਖਰੀਦਣ ਵੇਲੇ ਤੈਅਸ਼ੁਦਾ ਕਿਰਾਏ ਤੋਂ $124 ਵੱਧ ਵਸੂਲ ਕੀਤੇ ਗਏ ਅਤੇ ਇਹਨਾਂ ਨੂੰ ਟੈਕਸ, ਫੀਸ ਅਤੇ ਸਰਚਾਰਜ ਦੱਸਿਆ ਗਿਆ। ਆਪਣੇ ਮੁੱਢਲੇ ਦਾਅਵੇ ਵਿੱਚ ਮੁਦਈ ਧਿਰ ਨੇ ਦਲੀਲ ਦਿੱਤੀ ਕਿ ਏਅਰਲਾਈਨ ਨੇ ਗ੍ਰਾਹਕਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਹਵਾਈ ਟਿਕਟ ਦੀ ਦਰਸਾਈ ਕੀਮਤ ਤੋਂ ਵੱਧ ਵਸੂਲ ਕੀਤੀ ਰਕਮ ਹਰ ਹਾਲਤ ਵਿੱਚ ਵਾਪਸ ਹੋਣੀ ਚਾਹੀਦੀ ਹੈ।
अपील अदालत ने फैसले विच कहा कि इश्तिहारां विच दर्शाए हवाई किराए उत्ते बुकिंग दौरान वाधू फीस लागू करना सीधे तौर ते खपतकार सुरक्षा कानून की उलंघना करता है। क्यूबैक की अपील अदालत का फैसला अजिहे समय विच आया है जदों एयरलाइंस ਵੱਲੋਂ ਵੱਖ-ਵੱਖ श्रेणियां के किराए ते हवाई मुसाफरां तो वसूली जाती अखौती जंग फीस बारे बहस छिड़ी हुई है। दूजे पासे एयर कैनेडा ਵੱਲੋਂ फिलहाल इस मुद्दे ते कोई टिप्पणी नहीं की गई। इत्थे दसना बनदा है कि कैनेडा की एक फैडरल अदालत ਵੱਲੋਂ बिल्कुल इस किस्म के एक मामले च एयर कैनेडा नूं $3100 का हरजाना अदा करने के हुक्म दिते। वेनेजुएला नाल संबंधित औरत ਅਤੇ ਉਸਦੇ 3 ਬੱਚੇ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਚੜਨ ਲੱਗੇ ਤਾਂ ਉਹਨਾਂ ਦੇ ਕੈਨੇਡੀਅਨ ਵੀਜ਼ਾ ਗਲਤ ਤਰੀਕੇ ਨਾਲ ਰੱਦ ਕਰ ਦਿੱਤੇ ਗਏ। 에ਅਰ ਕੈਨੇਡਾ ਦੇ ਇੱਕ ਸੁਪਰਵਾਈਜ਼ਰ ਨੇ ਵੀਜ਼ੇ ਰੱਦ ਮੰਦਿਆਂ ਚਾਰੇ ਜਣਿਆਂ ਨੂੰ ਜਹਾਜ਼ ਨਾ ਚੜਨ ਦਿੱਤਾ। जस्टिस जॉन सी कोटर ने अपने फैसले विच कहा कि एयर कैनेडा ने अपने अधिकार खेतर तो बाहर जांदियां वीज़ा रद्द किए जबकि असल विच संबंधित परिवार कोल सारे यात्रा दस्तावेज मौजूद सन। एक घटना 2017 विच सामने आई और परिवार 33 दिन तक पनामा सिटी विच फसिया रहा। अदालत ने एयर कैनेडा के सुपरवाइजर के बयानों को कई मौकों पर बेबुनियाद करार दिता और आखिरकार परिवार को मुआवजा मिल गया। पहलगाम विच सैलानियों ते होए हुण तक के सब तो वड्डे अतवादी हमले मगरों भारत ਅਤੇ पाकिस्तान विचाले माहौल तनावपूर्ण बनिया होया है। इस विचाले वीरवार रात ਨੂੰ पाकिस्तानी फौज ਵੱਲੋਂ सरहद ਤੇ फायरिंग शुरू कर दी गई। भारतीय फौज ने भी इसका मुंह तोड़ जवाब दिता। फिलहाल गोलीबारी विच किसी किस्म के जानी नुकसान की सूचना नहीं है। भारतीय फौज के सूत्रों तो मिली जानकारी मुताबक पाकिस्तानी फौज ਵੱਲੋਂ वीरवार रात ਨੂੰ LOC ਤੇ ਵੱਖ-ਵੱਖ ਥਾਵਾਂ ਤੋਂ फायरिंग की गई जिसका भारतीय फौज ਵੱਲੋਂ भी जवाब दिता गया। अजिहे करके पाकिस्तान ने एक बार फिर तो सीज़ फायर की उलंघना की। फिलहाल इस बारे होर वेरवे की उਡੀਕ की जा रही है। रूस ਵੱਲੋਂ यूक्रेन की राजधानी ते किए गए महीनों के सब तो भयानक हमले तो बाद अमरीकी राष्ट्रपति डोनाल्ड ट्रंप ने रूसी प्रेसिडेंट व्लादिमीर पुतिन खिलाफ अपना रवैया कड़ा कर लिया है। वीरवार ਨੂੰ किते अपने बयान विच ट्रंप ने हमले की सख्त निंदा करदियां पुतिन ਨੂੰ तुरंत हमले रोकने की चेतावनी दी। ट्रंप ने ट्रुथ सोशल ते लिखा कि ਉਹ कीव ते रूसी हमलिਆਂ तो बिल्कुल भी खुश नहीं हैं। ਇਹ ਜ਼ਰੂਰੀ नहीं सी ਅਤੇ खास करके माड़े समय ते व्लादिमीर इस ਨੂੰ रोके। उसने अगे कहा कि हर हफ्ते लगभग 5000 सैनिक मारे जा रहे हैं ਅਤੇ युद्ध ਹੁਣ तकरीबन शांति समझौते ਵੱਲ मोड़ लेना चाहिए सी। उधर बुधवार रात कीव ते रूस ਵੱਲੋਂ ਕੀਤੇ हमले ਵਿੱਚ मिसाइलों ਅਤੇ ड्रोन वरते गए। घट्टो घट्ट 9 लोग मारे गए जिन्हां ਵਿੱਚ 6 ਬੱਚੇ भी शामिल हैं जबकि 70 ਤੋਂ ਵੱਧ लोग ਜ਼ਖਮੀ ਹੋਏ ਹਨ। रिपोर्टां अनुसार रूस ने इस हमले ਵਿੱਚ बैलिस्टिक मिसाइलों की वरतों की जो कि लगातार चौथी रात सी जद रूसी हमले कीव ਨੂੰ निशाना बना रहे सन। ਜ਼ੈਲੈਂਸਕੀ ਤੇ ट्रंप ਦਾ ਤੇ निशाना है। ट्रंप ने रूस खिलाफ नरमी दिखाने वाले पिछले बयानों तो हटके हुण यूक्रेन के प्रेसिडेंट ਜ਼ੈਲੈਂਸਕੀ ते भी कड़ा रवैया अपनाया। उसने कहा कि ਜ਼ੈਲੈਂਸਕੀ ਵੱਲੋਂ क्रीमिया का बयान करके शांति वार्तावां विच रुकावट पाई के ट्रंप असंतुष्ट दिखाई दिता कि लंडन विच चल रही वारदातां नूं रूस के हमले और यूक्रेन के अडिठ रवैये ने परेशान किया है। ओंटारियो के वॉन शहर विच चोरी दीआं 3 वारदातां नूं अंजाम देने वाले शक्की की वीडियो याक रीजनल पुलिस ਵੱਲੋਂ जारी की गई। पुलिस ने दस्सिया कि शक्की ਵੱਲੋਂ एक प्लाजा विच 3 कारोबारी अदारियां नूं निशाना बनाया गया। ये वारदातां क्लार्क एवेन्यू और हिल्ड एवेन्यू के प्लाजा विच 18 अप्रैल नूं वापरिया। वीडियो विच देखा जा सकता है कि शक्की चिट्टे रंग की गड्डी विचों बाहर आउंदा है और शीशा तोड़ के एक कारोबारी अदारे विच दाखिल हो जाता है। शक्की ਵੱਲੋਂ शीशे तोड़न लई रैंच की वरतों की गई है ਅਤੇ कैश रजिस्टर लैके फरार हो गया जबकि थर्मल पेपर पिछे खिलरदा नजर आया। पुलिस मुताबक शक्की ਵੱਲੋਂ हर कारोबारी अदारे के कैश रजिस्टर ਨੂੰ ही निशाना बनाया गया ਅਤੇ सारियां ਥਾਵਾਂ कतार विच मौजूद हैं। वॉन के मेयर स्टीवन डेल डुका ने सोशल मीडिया ते एक बयान जारी करदिया कहा कि लुट दियां इन्हां वारदातां दौरान यहूदी कारोबारियां ਨੂੰ निशाना बनाया गया जो सीधे तौर ते वॉन के यहूदियों को धमकाने का यतन मन्निया जा सकता है। उधर पुलिस का मनना है कि हुण तक की पड़ताल के आधार पर इन्हां वारदातां नूं नस्ली नफरत तो प्रेरित नहीं मन्निया जा सकता। शक्की का हुलिया जारी करदियां याक रीजनल पुलिस ने कहा कि वारदात वेले
ਉਸਨੇ ਗੂੜੇ ਰੰਗ ਦੀ ਹੁੱਡੀ ਪਹਿਨੀ ਹੋਈ ਸੀ ਅਤੇ ਬਾਹਾਂ ਤੇ 2 ਧਾਰੀਆਂ ਨਜ਼ਰ ਆ ਰਹੀਆਂ ਸਨ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸ ਐਕਸਟੈਂਸ਼ਨ ਤੇ ਸੰਪਰਕ ਕੀਤਾ ਜਾ ਸਕਦਾ ਹੈ, ਯਾਨੀ ਕਿ ਉਹਨਾਂ ਦੇ ਨਾਲ ਸੰਪਰਕ ਕਰੇ ਤਾਂ ਕਿ ਇਹਨਾਂ ਦੇ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਮੀਦ ਹੈ ਕਿ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਯੂਕੇ ਦੇ ਸੰਸਦ ਮੈਂਬਰਾਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖਮੀ ਹੋ ਗਏ ਸਨ। ਸਲੋ ਤੋਂ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਸੰਸਦ ਵਿੱਚ ਆਪਣੇ ਭਾਸ਼ਣ 'ਚ ਢੇਸੀ ਨੇ ਨਾਗਰਿਕਾਂ ਤੇ ਹੋਏ ਅੱਤਵਾਦੀ ਹਮਲੇ ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰ ਰਹੇ ਹਨ। ਉਹਨਾਂ ਨੇ ਪੋਪ ਫ੍ਰਾਂਸਿਸ ਦੇ ਦੇਹਾਂਤ ਤੇ ਵੀ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ, ਅਸੀਂ ਇਸ ਹਫ਼ਤੇ ਪੋਪ ਫ੍ਰਾਂਸਿਸ ਦੇ ਦੁਖਦਾਈ ਦੇਹਾਂਤ ਨਾਲ ਨਜਿੱਠ ਰਹੇ ਹਾਂ, ਪਰ ਇਸ ਹਫ਼ਤੇ ਮੈਂ ਜੰਮੂ ਕਸ਼ਮੀਰ ਵਿੱਚ ਮਾਸੂਮ ਸੈਲਾਨੀਆਂ ਤੇ ਹੋਏ ਕਾਇਰਤਾਪੂਰਨ ਘਾਤਕ ਹੈਰਾਨ ਕਰਨ ਵਾਲੇ ਅੱਤਵਾਦੀ ਹਮਲੇ ਨਾਲ ਬਹੁਤ ਦੁਖੀ ਹਾਂ। ਪੀੜਤਾਂ ਦੇ ਪਰਿਵਾਰ ਮੇਰੀਆਂ ਪ੍ਰਾਰਥਨਾਵਾਂ ਵਿੱਚ ਬਹੁਤ ਸਨ ਅਤੇ ਮੈਨੂੰ ਦਿਲੋਂ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਯੂਕੇ ਹਾਊਸ ਆਫ ਕਾਮਨਸ ਦੀ ਆਗੂ ਲੂਸੀ ਨੇ ਪਹਿਲਗਾਮ ਵਿੱਚ ਹੋਏ ਹਮਲੇ ਨੂੰ ਕਾਇਰਾਨਾ ਕਾਰਵਾਈ ਕਿਹਾ ਅਤੇ ਕਿਹਾ ਕਿ ਯੂਕੇ ਸਰਕਾਰ ਦੀਆਂ ਹਮਦਰਦੀਆਂ ਇਸ ਤੋਂ ਪ੍ਰਭਾਵਿਤ ਲੋਕਾਂ ਨਾਲ ਹਨ, ਖਾਸ ਕਰਕੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਸੰਸਦ ਵਿੱਚ ਆਪਣੇ ਭਾਸ਼ਣ 'ਚ ਪਾਵੇਲ ਨੇ ਕਿਹਾ, ਕਸ਼ਮੀਰ ਵਿੱਚ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਦੀ ਭਿਆਨਕਤਾ ਪੂਰੀ ਤਰ੍ਹਾਂ ਵਿਨਾਸ਼ਕਾਰੀ ਸੀ ਅਤੇ ਇਹ ਜਿਵੇਂ ਕਿ ਉਹ ਕਹਿੰਦੇ ਹਨ ਕਿ ਇੱਕ ਕਾਇਰਾਨਾ ਕਾਰਵਾਈ ਸੀ ਅਤੇ ਮੇਰੇ ਵਿਚਾਰ ਅਤੇ ਪੂਰੀ ਸਰਕਾਰ ਦੇ ਵਿਚਾਰ ਪ੍ਰਭਾਵਿਤ ਲੋਕਾਂ ਨਾਲ ਹਨ, ਖਾਸ ਕਰਕੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਹੈ। ਸੋ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਅੱਤਵਾਦੀਆਂ ਦੁਆਰਾ ਸੈਲਾਨੀਆਂ ਤੇ ਹਮਲਾ ਕਰਨ ਤੋਂ ਬਾਅਦ ਭਾਰਤ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ। ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਘਾਤਕ ਹਮਲਾ ਮੰਨਿਆ ਜਾ ਰਿਹਾ ਅਤੇ ਇੱਕ ਸੀ ਜਿਸ ਵਿੱਚ 40 CRPF ਜਵਾਨ ਮਾਰੇ ਗਏ ਸੀ ਉਸ ਸਮੇਂ 2019 ਵਿੱਚ। ਹੁਣ 26 ਆਮ ਲੋਕ ਮਰ ਗਏ ਨੇ। ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ 26 ਸੈਲਾਨੀਆਂ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿੱਚ ਆਈ ਅਤੇ ਪਾਕਿਸਤਾਨ ਵਿਰੁੱਧ ਕਈ ਵੱਡੇ ਫੈਸਲੇ ਲਏ। ਇਨ੍ਹਾਂ ਫੈਸਲਿਆਂ ਨਾਲ ਗੁਆਂਢੀ ਦੇਸ਼ ਬੁਖਲਾਇਆ ਹੋਇਆ ਅਤੇ ਬੇਤੁਕੇ ਬਿਆਨ ਅਤੇ ਧਮਕੀਆਂ ਦੇ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਬਿਆਨ ਜਾਰੀ ਕਰਕੇ ਇਹ ਕਿਹਾ ਸੀ ਕਿ ਪਹਿਲਗਾਮ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਨਹੀਂ ਹੈ। ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ। ਇਸ ਦੌਰਾਨ ਉਸਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਹਮ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਹ ਭਾਰਤ ਵਿਰੁੱਧ ਬੋਲਿਆ। ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਪੁੱਛਣਾ ਚਾਹੁੰਦਾ ਹੈ ਕਿ 7 ਲੱਖ ਸੈਨਿਕ ਦਹਾਕਿਆਂ ਤੋਂ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੌਜੂਦ ਸਨ। ਇਸ ਦੇ ਬਾਵਜੂਦ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ ਕਿ ਭਾਰਤੀ ਫੌਜ ਤੋਂ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਬੇਇਨਸਾਫੀ ਅਤੇ ਬੇਬੁਨਿਆਦ ਹੈ। ਪਾਕਿਸਤਾਨ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਦੀ ਸਪਸ਼ਟ ਤੌਰ ਤੇ ਨਿੰਦਾ ਕਰਦਾ ਹੈ। ਦਰਅਸਲ ਪਾਕਿਸਤਾਨ ਖੁਦ ਅੱਤਵਾਦ ਦਾ ਸਭ ਤੋਂ ਵੱਡਾ ਸ਼ਿਕਾਰ ਰਿਹਾ ਹੈ। ਇਸ ਸਮੇਂ ਸਾਡੇ ਤੇ ਉਂਗਲਾਂ ਚੁੱਕਣਾ ਸਹੀ ਨਹੀਂ ਹੈ। ਅਸੀਂ ਅੱਤਵਾਦ ਦੀ ਸਖਤ ਨਿੰਦਾ ਕਰਦੇ ਹਾਂ, ਭਾਵੇਂ ਉਹ ਭਾਰਤ ਵਿੱਚ ਹੋਵੇ ਜਾਂ ਪਾਕਿਸਤਾਨ ਵਿੱਚ। ਜਦਕਿ ਇੱਕ ਪਾਕਿਸਤਾਨੀ ਮਹਿਲਾ ਨਿਊਜ਼ ਐਂਕਰ ਨੇ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਪੁੱਛਿਆ ਕਿ ਜੇਕਰ ਭਾਰਤ ਸਾਡੇ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ। ਇਸ ਤੇ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਅਜਿਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਇਸ ਦਾ ਜਵਾਬ ਦੇਣ ਤੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਨੂੰ ਅਭਿਨੰਦਨ ਵਾਲੀ ਘਟਨਾ ਯਾਦ ਹੋਵੇਗੀ ਜਦੋਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਹੋਈ ਸੀ। ਰੱਖਿਆ ਮੰਤਰੀ ਨੇ ਭਾਰਤੀ ਮੀਡੀਆ ਬਾਰੇ ਵੀ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਭਾਰਤੀ ਮੀਡੀਆ ਪਾਕਿਸਤਾਨ ਦੇ ਸਰਜੀਕਲ ਸਟ੍ਰਾਈਕ ਬਾਰੇ ਕੁਝ ਵੀ ਕਹਿ ਰਿਹਾ ਹੈ। ਸਾਨੂੰ ਉਮੀਦ ਹੈ ਕਿ ਭਾਰਤ ਕੋਈ ਗੈਰ ਜ਼ਿੰਮੇਵਾਰਾਨਾ ਕਦਮ ਨਹੀਂ ਚੁੱਕੇਗਾ। ਜੇਕਰ ਭਾਰਤ ਵੱਲੋਂ ਕੋਈ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਉਸ ਦਾ ਜਵਾਬ ਦੇਣ ਦੀ ਸਥਿਤੀ ਵਿੱਚ ਹੈ। ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿੱਚ ਬੁੱਧਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਅਤੇ 180 ਤੋਂ ਵੱਧ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਡਰੇ ਹੋਏ ਵਸਨੀਕਾਂ ਨੇ ਰਾਤ ਘਰਾਂ ਦੇ ਬਾਹਰ ਰਾਤ ਬਿਤਾਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 6.2 ਤੀਬਰਤਾ ਵਾਲੇ ਭੂਚਾਲ ਨਾਲ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਹਾਲ ਹੀ ਦੇ ਸਾਲਾਂ ਵਿੱਚ ਇਸਤਾਂਬੁਲ ਵਿੱਚ ਮਹਿਸੂਸ ਕੀਤੇ ਗਏ ਸਭ ਤੋਂ ਤੇਜ਼ ਭੂਚਾਲ ਨੇ ਸ਼ਹਿਰ ਦੇ ਲਗਭਗ 1.6 ਕਰੋੜ ਵਸਨੀਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਅਤੇ ਹੋਰ ਵੀ ਵਿਨਾਸ਼ਕਾਰੀ ਭੂਚਾਲ ਦਾ ਡਰ ਪੈਦਾ ਕਰ ਦਿੱਤਾ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਦਾ ਕੇਂਦਰ ਇਸਤਾਂਬੁਲ ਤੋਂ ਲਗਭਗ 40 ਕਿਲੋਮੀਟਰ ਦੱਖਣ ਪੱਛਮ ਵਿੱਚ ਮਾਰਮਾਰਾ ਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸਤਾਂਬੁਲ ਦੇ ਕਈ ਗੁਆਂਢੀ ਸੂਬਿਆਂ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਭੂਚਾਲ ਦੇ ਝਟਕਿਆਂ ਤੋਂ ਡਰੇ ਹੋਏ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੀਆਂ ਖਿੜਕੀਆਂ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਘਟਨਾ ਵਿੱਚ ਜ਼ਖਮੀ ਹੋਏ ਘੱਟੋ-ਘੱਟ 236 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਅਤੇ ਇਮਾਰਤਾਂ ਦੇ ਢਹਿ ਜਾਣ ਦੇ ਡਰੋਂ ਲੋਕਾਂ ਨੇ ਰਾਤ ਆਪਣੀਆਂ ਕਾਰਾਂ ਵਿੱਚ ਜਾਂ ਪਾਰਕ ਅਤੇ ਹੋਰ ਖੁੱਲ੍ਹੀਆਂ ਥਾਵਾਂ ਤੇ ਲਗਾਏ ਗਏ ਤੰਬੂਆਂ ਵਿੱਚ ਬਿਤਾਈ। ਤੁਰਕੀ ਦੀ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਇਹ ਕਿਹਾ ਹੈ ਕਿ ਬੁੱਧਵਾਰ ਦੇ ਭੂਚਾਲ ਤੋਂ ਬਾਅਦ ਘੱਟੋ-ਘੱਟ 184 ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ 7 ਦੀ ਤੀਬਰਤਾ 4 ਜਾਂ ਇਸ ਤੋਂ ਵੱਧ ਸੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ ਯੂਨੀਵਰਸਿਟੀ ਦੇ ਨਾਲ। ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।